ਹਰਿਆਣਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਕਿ ਹਰਿਆਣਾ ਦੇ ਅਤੀ ਸੰਵੇਦਨਸ਼ੀਲ ਹਲਕਾ ਨੂੰਹ ਦੇ ਵਿੱਚ ਸੌਣ ਮਹੀਨੇ ਦੇ ਪਹਿਲੇ ਸੋਮਵਾਰ ਨੂੰ ਅੱਜ ਹਿੰਦੂ ਸੰਗਠਨਾਂ ਤਰਫੋਂ ਬ੍ਰਜਮੰਡਲ ਜਲਾਭਿਸ਼ੇਕ ਯਾਤਰਾ ਕੱਢੀ ਜਾ ਰਹੀ ਹੈ। ਯਾਤਰਾ ਦੁਪਹਿਰ 12 ਵਜੇ ਨਲਹੇੜੇਸ਼ਵਰ ਨਲਹੜ ਮੰਦਿਰ ਦੇ ਵਿੱਚ ਹੋਵੇਗੀ। ਸ਼ਰਧਾਲੂ ਫਿਰੋਜ਼ਪੁਰ ਝਿਰਕਾ ਦੇ ਝਿਰਕੇਸ਼ਵਰ ਮਹਾਦੇਵ ਮੰਦਿਰ ਪਹੁੰਚਣਗੇ। ਅਖੀਰ ਦੇ ਵਿੱਚ ਸਿੰਗਾਰ ਪਿੰਡ ਸਥਿਤ ਸ਼੍ਰਿੰਗੇਸ਼ਵਰ ਮਹਾਦੇਵ ਮੰਦਿਰ ਦੇ ਵਿੱਚ ਜਲਾਭਿਸ਼ੇਕ ਦੇ ਨਾਲ ਯਾਤਰਾ ਦਾ ਸਮਾਪਨ ਹੋਵੇਗਾ। रिंकू हाँ जी ਐ आगे ते चलो हण ਸਤਿ ਸ਼੍ਰੀ ਅਕਾਲ ਬੀਜੀ। ਸਤਿ ਸ਼੍ਰੀ ਅਕਾਲ ਪੁੱਤਰ। ਹੁਣ ਸਾਫ਼ ਦਿਖ ਰਿਹਾ ਬੀਜੀ। ਬਹੁਤ ਸਾਫ ਦਿਸਦਾ। ਬੀਜੀ ਇੰਨੇ ਚਿਰ ਬਾਅਦ ਨਵਾਂ ਚਸ਼ਮਾ ਬਣਵਾ ਹੀ ਲਿਆ। ਕਿਸੇ ਆਪਣੇ ਨੇ ਪੈਸੇ ਭੇਜੇ ਨੇ? ते हर महीने भेजणगे। ਵਾਹ, ਫੋਨਾਂ ਤੇ ਟੂ ਟੂ ਹੋਊਗੀ ਤੁਹਾਡੇ 1 ਤਰੀਕ ਤੋਂ ਬਾਅਦ। ਇਹ ਤੁਹਾਡੇ ਪੈਸੇ ਨੇ, ਇਹਦੇ ਨਾਲ ਕੋਈ ਅਮੀਰ ਨਹੀਂ ਹੋ ਜਾਣਾ ਤੁਸੀਂ। ਮਾਵਾਂ ਭੈਣਾਂ ਨੂੰ ਸਤਿਕਾਰ ਦੇ ਕੇ ਮੈਨੂੰ ਖੁਸ਼ੀ ਮਿਲਦੀ ਹੈ ਇਸ ਗੱਲ ਦੀ। ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ, ਤੁਹਾਡਾ ਆਪਣਾ ਭਗਵੰਤ ਮਾਨ। करीब 80 किलोमीटर लंबी यात्रा मार्ग ते 12 डीएसपी सने 2200 पुलिस कर्मी तैनात रहणगे। ਯਾਤਰਾ ਦੇ ਵਿੱਚ ਡਾਂਗਾ ਡੰਡੇ ਅਤੇ ਕਿਸੇ ਵੀ ਤਰ੍ਹਾਂ ਦੇ ਹਥਿਆਰ ਲੈ ਜਾਣ ਤੇ ਪੂਰਨ ਤੌਰ ਤੇ ਪਾਬੰਦੀ ਰਹੇਗੀ। ਪੈਟਰੋਲ ਪੰਪਾਂ ਤੋਂ ਬੋਤਲ ਕੈਨ ਦੇ ਵਿੱਚ ਪੈਟਰੋਲ ਡੀਜ਼ਲ ਦੀ ਵਿਕਰੀ ਤੇ ਪੂਰੀ ਤਰੀਕੇ ਦੇ ਨਾਲ ਰੋਕ ਲਗਾ ਦਿੱਤੀ ਗਈ ਹੈ। ਯਾਤਰਾ ਮਾਰਗ ਤੇ ਮੀਟਾਂ ਦੀਆਂ ਦੁਕਾਨਾਂ ਬੰਦ ਰਹਿਣਗੀਆਂ। ਜ਼ਿਲ੍ਹੇ ਦੇ ਸਰਕਾਰੀ ਗੈਰ ਸਰਕਾਰੀ ਸਕੂਲਾਂ ਦੇ ਵਿੱਚ ਛੁੱਟੀ ਐਲਾਨ ਕਰ ਦਿੱਤੀ ਹੈ ਪ੍ਰਸ਼ਾਸਨ ਨੇ। ਹਾਲਾਂਕਿ ਇੰਟਰਨੈਟ ਸੇਵਾਵਾਂ ਆਮ ਰਹਿਣਗੀਆਂ। ਦਰਅਸਲ ਪ੍ਰਸ਼ਾਸਨ ਯਾਤਰਾ ਨੂੰ ਲੈ ਕੇ ਕੋਈ ਵੀ ਜੋਖਮ ਨਹੀਂ ਲੈਣਾ ਚਾਹੁੰਦਾ। ਸਾਲ 2023 ਦੇ ਵਿੱਚ ਇਸੀ ਬ੍ਰਿਜਮੰਡਲ ਯਾਤਰਾ ਦਰਮਿਆਨ ਨੂਹ ਦੇ ਵਿੱਚ ਹਿੰਸਾ ਭੜਕ ਗਈ ਸੀ। ਪਥਰਾਵ, ਅਗਜਨੀ ਅਤੇ ਫਾਇਰਿੰਗ ਦੀ ਘਟਨਾਵਾਂ ਦੇ ਵਿੱਚ ਕੁੱਲ 7 ਲੋਕਾਂ ਦੀ ਜਾਨ ਚਲੀ ਗਈ ਸੀ। ਹਿੰਸਾ ਦੇ ਆਰੋਪੀ ਰਹੇ ਰਾਜਕੁਮਾਰ ਪੰਚਾਲ ਉਰਫ ਬਿੱਟੂ ਬਜਰੰਗੀ ਨੂੰ ਪੁਲਿਸ ਨੇ ਹਾਊਸ ਅਰੈਸਟ ਕਰ ਲਿਆ ਹੈ। ਉੱਥੇ ਮੋਨੂ ਮਾਨੇਸਰ ਨੂੰ ਯਾਤਰਾ ਦੇ ਵਿੱਚ ਸ਼ਾਮਿਲ ਨਾ ਹੋਣ ਦੀ ਸਖਤ ਹਦਾਇਤ ਦਿੱਤੀ ਗਈ ਹੈ। ਨੂਹ ਹਿੰਸਾ ਦੇ ਆਰੋਪੀ ਰਾਜਕੁਮਾਰ ਪੰਚਾਲ ਉਰਫ ਬਿੱਟੂ ਬਜਰੰਗੀ ਨੂੰ ਪੁਲਿਸ ਨੇ ਘਰ ਤੇ ਹਾਊਸ ਅਰੈਸਟ ਕਰ ਦਿੱਤਾ ਹੈ। ਬਿੱਟੂ ਬਜਰੰਗੀ ਅੱਜ ਮੰਦਿਰ ਦੇ ਵਿੱਚ ਜਲ ਚੜਾਉਣ ਦੇ ਲਈ ਜਾਣ ਵਾਲੇ ਸਨ, ਲੇਕਿਨ ਪੁਲਿਸ ਪ੍ਰਸ਼ਾਸਨ ਦੁਆਰਾ ਉਹਨਾਂ ਨੂੰ ਪਰਮਿਸ਼ਨ ਨਹੀਂ ਦਿੱਤੀ ਗਈ। ਦੇਰ ਰਾਤ ਤੋਂ ਹੀ ਪੁਲਿਸ ਦੀ ਇੱਕ ਟੁਕੜੀ ਉਹਨਾਂ ਦੇ ਘਰ ਦੇ ਬਾਹਰ ਤੈਨਾਤ ਰਹੀ। ਸਾਲ 2023 ਦੇ ਵਿੱਚ ਨੂਹ ਦੇ ਵਿੱਚ 31 ਜੁਲਾਈ ਨੂੰ ਨਲਹੜ ਮਹਾਦੇਵ ਮੰਦਿਰ ਦੇ ਵਿੱਚ ਜਲਾਭਿਸ਼ੇਕ ਯਾਤਰਾ ਦਰਮਿਆਨ 2 ਸਮੁਦਾਇਆਂ ਦੇ ਵਿੱਚ ਹਿੰਸਾ ਭੜਕ ਗਈ ਸੀ। ਇਸੇ ਦਰਮਿਆਨ ਸ਼ਰਾਰਤੀ ਅਨਸਰਾਂ ਨੇ ਪਥਰਾਵ, ਅਗਜਨੀ ਅਤੇ ਫਾਇਰਿੰਗ ਦੀ ਘਟਨਾਵਾਂ ਨੂੰ ਅੰਜਾਮ ਦਿੱਤਾ ਸੀ। ਇਸ ਦਰਦਨਾਕ ਘਟਨਾ ਦੇ ਵਿੱਚ 2 ਹੋਮਗਾਰਡ ਵੀ ਸ਼ਾਮਲ ਸਨ, ਜਿਨ੍ਹਾਂ ਦੀ ਜਾਨ ਚਲੀ ਗਈ ਸੀ। ਨੂਹ ਹਿੰਸਾ ਦੇ ਵਿੱਚ ਜੁੜੇ 100 ਤੋਂ ਵੱਧ ਮਾਮਲਿਆਂ ਦੇ ਵਿੱਚ ਕੁੱਲ 595 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਸ ਮੌਕੇ ਤੇ ਡੀਸੀ ਅਖਿਲ ਪਿਲਾਨੀ ਨੇ ਦੱਸਿਆ ਕਿ ਮਿੰਨੀ ਸਕੱਤਰ ਦੇ ਵਿੱਚ ਇੱਕ ਵਿਸ਼ੇਸ਼ ਹੈਲਪਲਾਈਨ ਨੰਬਰ 01267274610 ਸ਼ੁਰੂ ਕੀਤਾ ਗਿਆ ਤਾਂ ਕਿ ਕੋਈ ਵੀ ਵਿਅਕਤੀ ਕਿਸੇ ਵੀ ਪ੍ਰਕਾਰ ਦੀ ਸਹਾਇਤਾ ਜਾਂ ਸੂਚਨਾ ਦੇ ਲਈ ਇਸ ਤੇ ਤੁਰੰਤ ਸੰਪਰਕ ਸਾਧ ਸਕੇ। ਐਸਪੀਆਰਪੀ ਜੈਨ ਨੇ ਦੱਸਿਆ ਕਿ ਸੁਰੱਖਿਆ ਨੂੰ ਚਕਾਚੌਂਧ ਕਰਨ ਦੇ ਲਈ ਜ਼ਿਲ੍ਹੇ ਦੇ ਵਿੱਚ ਕੁੱਲ 27 ਵਿਸ਼ੇਸ਼ ਨਾਕੇ ਵੱਖ-ਵੱਖ ਥਾਵਾਂ ਤੇ ਲਾਏ ਗਏ ਹਨ। ਸਾਰੇ ਬਾਰਡਰਸ ਤੇ ਪੁਲਿਸ ਤੈਨਾਤ ਰਹੇਗੀ ਅਤੇ ਸੰਦਿਗਧ ਵਾਹਨਾਂ ਦੀ ਬੜੀ ਬਰੀਕੀ ਦੇ ਨਾਲ ਚੈਕਿੰਗ ਕੀਤੀ ਜਾਏਗੀ। ਅਗਰ ਕੋਈ ਵੀ ਸ਼ਰਾਰਤੀ ਅਨਸਰ ਮਾਹੌਲ ਵਿਗਾੜਨ ਦੀ ਕੋਸ਼ਿਸ਼ ਕਰੇਗਾ ਤਾਂ ਉਸ ਦੇ ਖਿਲਾਫ ਤੁਰੰਤ FIR ਦਰਜ ਕਰਕੇ ਸਖਤ ਕਾਨੂੰਨੀ ਅਮਲ ਦੇ ਵਿੱਚ ਲਿਆਈ ਜਾਵੇਗੀ। ਜ਼ਿਲ੍ਹੇ ਦੇ ਸਾਰੇ ਸਰਪੰਚਾਂ ਨੇ ਲਿਖਤ ਵਿੱਚ ਪੁਲਿਸ ਨੂੰ ਸ਼ਾਂਤੀ ਵਿਵਸਥਾ ਬਣਾਏ ਰੱਖਣ ਦੇ ਵਿੱਚ ਪੂਰਾ ਸਹਿਯੋਗ ਦਾ ਭਰੋਸਾ ਦਿੱਤਾ ਹੈ। ਤਾਂ ਅੱਜ ਦਾ ਦਿਨ ਮੇਵਾਤ ਨੂਹ ਦੇ ਵਿੱਚ ਪੂਰੇ ਤਰੀਕੇ ਦੇ ਨਾਲ ਸੁਰੱਖਿਆ ਦੇ ਲਿਹਾਜ਼ ਨਾਲ ਪੁਖਤਾ ਜੋ ਪ੍ਰਸ਼ਾਸਨ ਵੱਲੋਂ ਹੈਵੀ ਪੁਲਿਸ ਡਿਪਲੋਇਮੈਂਟ ਕੀਤੀ ਗਈ ਤਾਂ ਕਿ ਕਿਸੇ ਵੀ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਵਿਗੜਨ ਨਾ ਦਿੱਤਾ ਜਾਵੇ। देखिए, ये आज रिहर्सल है और साथ ही फ्लैग मार्च रखा गया है। और मैंने बताया कि 1900 के आसपास जो फोर्स है वो डिप्लॉय की गई है मंदिरों में, रूट्स पे, पार्किंग पे और जो विभिन्न नाके लगेंगे पूरे ज़िले में। तो कंसर्न डीएसपीज़ ने भी अपनी फोर्स को ब्रीफ कर दिया है और एक जनरल ब्रीफिंग मैंने सभी को दे दी है कि एक अनुशासन के साथ, सद्भावना की भावना रखते हुए और प्रॉपर बिहेवियर के साथ जो है सारे ड्यूटीज़ करें, एक डिसिप्लिन को मेंटेन करें, अलर्ट भी रहें और किसी के साथ संवेदनशील भी रहें। तो ये सारी इनको जो है हिदायत दे दी गई है। और वैसे तो
पूरे मेवात, पूरे नूह जिले से इस यात्रा को बहुत सपोर्ट है और शांति है, और सारे वर्गों के लोग जो हैं उन्होंने हमको बोला है कि पूरी शांतिपूर्वक जो है यात्रा निकलेगी, लेकिन तब भी एहतियात के तौर पर हम पूरी किसी भी अगर ऐसी परिस्थिति बनती है लॉ एंड ऑर्डर की तो उसके लिए पूरी तरीके से तैयार हैं। तो अभी एक ब्रीफिंग हो गई है, सारे अपने ड्यूटी पॉइंट्स पे पहुंचेंगे। 3 बजे के बाद ऑन ड्यूटीज जो जहाँ जिसकी ड्यूटी है वहाँ पर रिहर्सल होगी और फ्लैग मार्च होगा। तो आईजी सर आएंगे, उनको ऑलरेडी मैं एक बार ब्रीफ कर चुका हूँ और निरंतर वो बात कर रहे हैं, हमारे डीजीपी साहब भी और सीआईडी चीफ भी और आईजी सर भी। तो रोज़ मेरी उनसे बात हो रही है, मैं रोज़ उनको डेली के हमारी तैयारियों के विषय में ब्रीफ कर रहा हूँ। आईजी सर अभी आएंगे और 3 बजे के रिहर्सल में जो है वो शामिल भी होंगे, नल्लड़ मंदिर से लेके और शंखेश्वर मंदिर तक, और सारे ड्यूटीज़ का जायज़ा होगा और जैसा फिर उनसे हमको फीडबैक मिलता है उस पर हम लोग और अपनी ड्यूटीज़ को इम्प्रूव करें। बिल्कुल ज़ीरो टॉलरेंस की नीति है और जो विवादित चेहरे हैं उनके विषय में हमने कंसर्न जिलों को लिख दिया है और अगर वो और गड़बड़ करते हैं तो उनके खिलाफ हम कानूनी कार्रवाई करेंगे। साथ ही अगर कोई भी हथियार लेकर आता है तो उसके विरुद्ध भी सख्त से सख्त धाराओं में कार्रवाई की जाएगी। देखिए, हमारी जो है फोर्स पूरी मुस्तैद है, सिविल प्रशासन और इस प्रशासन जो है पूरी मुस्तैदी के साथ फोर्स हमने डिप्लॉय की है और किसी भी शरारती तत्वों को शरारत करने नहीं दिया जाएगा। चाहे कुछ भी हो जाए तो ये ना सोचे कि वही बख्शा जाएगा। बैड एलिमेंट के लिए कोई जगह नहीं है। कितनी टीमें हैं? हमारे 13 DSP डिप्लॉयमेंट की हमने और करीब 2000 फोर्स, और इसके अलावा भी हमने एक्स्ट्रा फोर्स 2 जिलों में, चाहे वो रिवाड़ी है और चाहे वहाँ स्टैंड 2 रखी है, दोनों जगह 100 आदमी। वो भी अगर कोई एक्शन करने की आवश्यकता पड़ेगी, कोई लॉ एंड ऑर्डर को खराब करने का प्रयास करेगा, उनका भी हम मूवमेंट कराएंगे तुरंत। 200 आदमी 2000 गाड़ी